वाहिगुरु जी का खालसा वाहिगुरु जी की फतेह। परम सन्मानयोग सतगुरां दे हजूर जुड़ मिल बैठे रब रूप गुरमुख सत्संगी जन, सतगुरु जी की अपार बख्शिश महरामत दा सदका गुरु दर ते जुड़न दा सुभाग समा नसीब होया। सतगुरु जी की इलाही बाणी का कीर्तन गुरु के प्यारे कीर्तनिया पासों आप जी ने श्रवण किया। सतगुरु जी के हजूर जुड़ के वाहिगुरु नाल जुड़न का निमाणा जिहा उपराला यतन कर रहे हैं। सतगुरु रहमत करदियां समझाउंदे ने कि वो परमेश्वर वो वाहिगुरु जिहड़ा एक है, उहदे तो बिना कोई होर दूसरा नहीं है। वही इक्को एक इस सब कासे दा मालक है। गुरु नानक साहब महाराज जी ने उस परमेश्वर नूं अजूनी ते सैभंग कहा, जिहड़ा जूना विच नहीं आउंदा, भाव जन्मदा नहीं है। वो वाहिगुरु वो अपने आप तो उपजिया, इसलिए गुरु नानक साहब ने उसनूं सैभंग कहा कि जिहड़ा स्वै प्रकाश तो पैदा होया, किसे दे राही नहीं, किसे दे राही जन्मिया नहीं। इसलिए वो वाहिगुरु वो जन्म मरण तो रहत, उस समय तो रहत, इसलिए उसनूं गुरु नानक साहब ने अकाल मूरत भी कहा। मूल मंत्र विच गुरु नानक साहब महाराज जी ने उस परमात्मा नूं साडे सामने बयान किया है कि वो वाहिगुरु एक है, सर्व व्यापक है। हाँ, ओदा ही नाम हमेशा रहन वाला है। ਉਹੀ सब कासे नूं पैदा करदा, सब कासे दा करता ਉਹ है, ते सब कासे नूं करके ਉਹਦੇ ਵਿੱਚ समाया होया, इसलिए ਉਹ पुरख है, करता पुरख। ਉਹ वाहिगुरु भौ तो रहत है ਅਤੇ वैर तो रहत है। ਉਹਦਾ ਕਿਸੇ ਨਾਲ कोई वैर नहीं है। ਤੇ सतगुरु कहंदे ਉਹ है अकाल मूरत, समय तो रहत। वो समय विच नहीं आउंदा ते ना ही वो मौत विच आउंदा है। समा जो आपां जाणदे हां, समय नूं असीं लोकां ने 3 भागां विच वंडिया। जो बीत गया, भूतकाल पास्ट, जो हुण बीत रहा प्रेजेंट वर्तमान, अते जो आउण वाला है भविष्यत काल फ्यूचर। इन्हां तिन्नां विच असी समय दी वंड कीती है। गुजर गया, गुजर रहा अते गुजरन वाला, आउण वाला। साडा बचपन गुजर गया, हुण जवानी है जां जिहड़ा भी हुण समा है वो है, फिर अगां बुढ़ापा जां अगां मौत। बस आही है पड़ा जीवन का। इसलिए असीं लोग समय दे अधीन हाँ, असीं समय दे अधीन हाँ। असीं कल नहीं सी, जिस दिन साडा जन्म होया उस दिन तो पहला असी नहीं सां, साडा कोई वजूद नहीं सी। पर जदों असी जन्मे तां असी होए, हुण नज़र आउंदे हां, ते जदों मर जावांगे फिर नहीं रहांगे। इसलिए
ਹੌਲੀ ਹੌਲੀ ਫਿਰ ਲੋਕ ਇਹ ਕਹਿਣ ਲੱਗ ਜਾਣਗੇ ਕਿ ਫਲਾਣਾ ਬੰਦਾ ਹੁੰਦਾ ਸੀ, ਇਹ ਉਹਦਾ ਘਰ ਹੁੰਦਾ ਸੀ, ਇੱਥੇ ਉਹ ਰਹਿੰਦਾ ਹੁੰਦਾ ਸੀ, ਇਹੋ ਜਿਹੀ ਬੋਲੀ ਬੋਲਦਾ ਸੀ, ਇਹੋ ਜਿਹੇ ਕੱਪੜੇ ਪਹਿਨਦਾ ਸੀ, ਇਹੋ ਜਿਹੀ ਉਹਦੀ ਸ਼ਕਲ ਸੂਰਤ ਸੀ, ਉਹਦੇ ਨੈਣ ਨਕਸ਼ ਐਸੇ ਸਨ। ਪ੍ਰਮਾਤਮਾ ਦੇ ਸੰਬੰਧ ਵਿੱਚ ਕਦੇ ਨਹੀਂ ਐਸਾ ਕਿਹਾ ਜਾਂਦਾ ਕਿ ਪ੍ਰਮਾਤਮਾ ਕਦੇ ਹੁੰਦਾ ਸੀ। ਪਰਮੇਸ਼ਰ ਦੇ ਸੰਬੰਧ ਵਿੱਚ ਤੁਸੀਂ ਕਦੇ ਨਹੀਂ ਸੁਣੋਗੇ ਕਿ ਪ੍ਰਮਾਤਮਾ ਹੋਵੇਗਾ, ਕਿ ਵਾਹਿਗੁਰੂ ਕਦੇ ਹੋਵੇਗਾ, ਕਦੇ ਐਸਾ ਤੁਸੀਂ ਨਹੀਂ ਸੁਣਿਆ ਹੋਵੇਗਾ। ਜਾਂ ਇਹ ਵੀ ਨਹੀਂ ਕਦੇ ਸੁਣਿਆ ਹੋਵੇਗਾ ਕਿ ਪ੍ਰਮਾਤਮਾ ਕਦੇ ਸੀ, ਹੁਣ ਨਹੀਂ ਹੈ ਭਾਈ, ਐਸਾ ਵੀ ਨਹੀਂ ਹੈ। ਉਹਦੇ ਵਾਸਤੇ ਹਮੇਸ਼ਾ ਇੱਕੋ ਸ਼ਬਦ ਵਰਤਿਆ ਜਾਂਦਾ ਹੈ ਕਿ ਵਾਹਿਗੁਰੂ ਹੈ। ਉਹ ਹਮੇਸ਼ਾ ਹੈ, ਉਹ ਪ੍ਰੈਜ਼ੈਂਟ ਵਿੱਚ ਹੈ, ਹਮੇਸ਼ਾ ਹੈ, ਉਹ ਹਮੇਸ਼ਾ ਮੌਜੂਦ ਹੈ। ਉਹ ਕੱਲ ਵੀ ਸੀ, ਅੱਜ ਵੀ ਹੈ ਤੇ ਉਹ ਹਮੇਸ਼ਾ ਰਹੇਗਾ। ਇਸ ਲਈ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਉਹ ਆਦਿ ਵਿੱਚ ਵੀ ਸੀ। ਆਦਿ ਮਤਲਬ ਆਰੰਭ, ਜਦੋਂ ਸਭ ਕਾਸੇ ਦਾ ਆਰੰਭ ਹੋਇਆ ਉਦੋਂ, ਤੇ ਜੁਗਾਦ ਜਦੋਂ ਯੁੱਗਾਂ ਦੀ ਸ਼ੁਰੂਆਤ ਹੋਈ, ਭਾਵ ਜਦੋਂ ਬੰਦੇ ਨੇ ਸਮੇਂ ਨੂੰ ਜਾਣਨਾ ਆਰੰਭ ਕੀਤਾ, ਉਦੋਂ ਵੀ ਵਾਹਿਗੁਰੂ ਮੌਜੂਦ ਸੀ। ਉਹ ਵਾਹਿਗੁਰੂ ਹੁਣ ਵੀ ਮੌਜੂਦ ਹੈ ਵੀ, ਉਹ ਹੁਣ ਵੀ ਮੌਜੂਦ ਹੈ, ਹੁਣ ਵੀ ਹੈ ਤੇ ਹੋਸੀ, ਉਹ ਅਗਾਂਹ ਵੀ ਹੋਵੇਗਾ, ਉਹ ਅਗਾਂਹ ਵੀ ਹੋਵੇਗਾ। ਅਸੀਂ ਸਿਰਫ 3 ਭਾਗਾਂ ਵਿੱਚ ਵੰਡਿਆ ਸਮੇਂ ਨੂੰ, ਬੀਤ ਗਿਆ, ਬੀਤ ਰਿਹਾ ਤੇ ਬੀਤਣ ਵਾਲਾ। ਪਰ ਗੁਰੂ ਨਾਨਕ ਸਾਹਿਬ ਨੇ ਇਹਨਾਂ ਦੇ ਆਰੰਭ ਤੋਂ ਗੱਲ ਸ਼ੁਰੂ ਕੀਤੀ ਹੈ ਕਿ ਸਮੇਂ ਦੇ ਆਰੰਭ ਹੋਣ ਤੋਂ ਵੀ ਪਹਿਲਾਂ, ਉਹ ਸ਼ੁਰੂ ਤੋਂ ਵੀ ਸ਼ੁਰੂ, ਇੱਥੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜਦੋਂ ਗੁਰੂ ਨਾਨਕ ਸਾਹਿਬ ਗਏ ਮੱਕੇ ਵਾਲੇ ਪਾਸੇ, ਜਦੋਂ ਕਾਬੇ ਗਏ ਹਾਜੀਆਂ ਦੇ ਨਾਲ ਰਲ ਕੇ ਮੱਕੇ ਮਦੀਨੇ, ਤਾਂ ਉਹਨਾਂ ਨੂੰ ਇੱਕ ਫਕੀਰ ਮਿਲਦਾ ਹੈ। ਗੁਰੂ ਨਾਨਕ ਸਾਹਿਬ ਨਾਲ ਗੱਲਾਂ ਹੁੰਦੀਆਂ, ਵਿਚਾਰਾਂ ਹੁੰਦੀਆਂ, ਤਾਂ ਉਹ ਖੁਦਾ ਬਾਰੇ, ਪਰਮੇਸ਼ਰ ਬਾਰੇ ਪੁੱਛਦਾ ਹੈ ਕਿ ਖੁਦਾ ਬਾਰੇ ਦੱਸੋ, ਪਰਮਾਤਮਾ ਬਾਰੇ ਦੱਸੋ, ਕਿ ਪਰਮੇਸ਼ਰ, ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ, ਉਹ ਪਰਮਾਤਮਾ ਕੈਸਾ ਹੈ। ਉਹ ਬੇਅੰਤ ਹੈ, ਸੁਣਿਆ ਹੈ ਕਿ ਉਹ ਬੇਅੰਤ ਹੈ। ਕਹਿੰਦੇ ਨੇ ਕਿ ਉਹਦੇ ਕਈ ਰੂਪ ਨੇ। ਆਖਦੇ ਨੇ, ਹਿੰਦੂ ਕਹਿੰਦੇ ਨੇ ਕਿ ਉਹ ਪ੍ਰਮਾਤਮਾ 3 ਭਾਗਾਂ ਵਿੱਚ ਵੰਡਿਆ ਹੋਇਆ ਹਿੰਦੂਆਂ ਨੇ, ਕਿ ਜਨਮ ਦੇਣ ਵਾਲਾ ਵੱਖਰਾ, ਪਾਲਣ ਵਾਲਾ ਵੱਖਰਾ, ਮੌਤ ਦੇਣ ਵਾਲਾ ਵੱਖਰਾ। ਇਸ ਤਰ੍ਹਾਂ ਇਸਲਾਮ ਵਿੱਚ ਵੀ ਐਸਾ ਹੀ ਹੈ। ਉਹਨਾਂ ਨੇ 2 ਵਿੱਚ ਵੰਡਿਆ, ਇੱਕ ਸ਼ੈਤਾਨ ਤੇ ਇੱਕ ਭਗਵਾਨ, ਕਿ ਸ਼ੈਤਾਨ ਗਲਤ ਪਾਸੇ ਲਾਉਂਦਾ ਹੈ, ਭਗਵਾਨ ਚੰਗੇ ਪਾਸੇ ਲਾਉਂਦਾ ਹੈ। ਇਸ ਤਰ੍ਹਾਂ ਦੇ ਨਾਲ ਉਹ ਚੱਲਦੇ ਨੇ। ਈਸਾਈਆਂ ਵਿੱਚ ਵੀ ਐਸਾ ਹੀ ਹੈ, ਯਹੂਦੀਆਂ ਵਿੱਚ ਵੀ ਐਸਾ ਹੀ ਹੈ। ਸਭ ਨੇ ਇਸੇ ਤਰ੍ਹਾਂ ਪ੍ਰਮਾਤਮਾ ਨੂੰ ਜਾਣਿਆ। ਉਹਨਾਂ ਨੇ ਇੱਕ ਕਰਕੇ ਨਹੀਂ ਕਦੇ ਦੇਖਿਆ, ਕਦੇ ਜਾਣਿਆ। ਤੇ ਉਹ ਕਹਿੰਦਾ ਕਿ ਤੁਸੀਂ ਦੱਸੋ ਕਿ ਪ੍ਰਮਾਤਮਾ ਕੀ ਹੈ, ਇੱਕ ਹੈ ਜਾਂ 3 ਹੈ ਜਾਂ 33 ਕਰੋੜ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਤੁਹਾਨੂੰ ਗਿਣਤੀ ਆਉਂਦੀ ਹੈ। ਉਹਨੇ ਇੱਕ ਸਵਾਲ ਹੋਰ ਕੀਤਾ ਸੀ ਕਿ ਪ੍ਰਮਾਤਮਾ ਤੋਂ ਪਹਿਲਾਂ ਕੀ ਸੀ, ਪਰਮੇਸ਼ਰ ਤੋਂ ਪਹਿਲਾਂ ਕੀ ਸੀ। ਤਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਭਾਈ ਜੇ ਤੁਹਾਨੂੰ ਗਿਣਤੀ ਆਉਂਦੀ ਹੈ ਤਾਂ ਮੈਨੂੰ ਸੁਣਾਓ। ਉਹਨੇ ਕਿਹਾ ਜੀ ਹਾਂ ਮੈਨੂੰ ਗਿਣਨਾ ਆਉਂਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਗਿਣੋ ਫਿਰ ਭਾਈ। ਉਹਨੇ ਗਿਣਨਾ ਆਰੰਭ ਕੀਤਾ, 1 2 3। ਗੁਰੂ ਨਾਨਕ ਸਾਹਿਬ ਕਹਿੰਦੇ ਰੁਕ ਜਾ ਭਾਈ, ਸ਼ੁਰੂ ਤੋਂ ਸੁਣਾ। ਉਹਨੇ ਫਿਰ ਕਿਹਾ 1 2 3। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਗਲਤ ਹੈ ਭਾਈ, ਸ਼ੁਰੂ ਤੋਂ ਚੱਲ। ਉਹਨੇ ਫਿਰ 1 ਤੋਂ ਸ਼ੁਰੂ ਕੀਤਾ। ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਤੂੰ ਗਲਤ ਪੜ੍ਹਦਾ ਹੈ,
ਉਹਨੇ ਕਿਹਾ ਜੀ ਇੱਕ ਤੋਂ ਹੀ ਤਾਂ ਆਰੰਭ ਹੁੰਦਾ। ਗੁਰੂ ਨਾਨਕ ਸਾਹਿਬ ਕਹਿੰਦੇ ਹਾਂ ਇੱਕ ਤੋਂ ਹੀ ਆਰੰਭ ਹੁੰਦਾ, ਪਰ ਇੱਕ ਤੋਂ ਪਹਿਲਾਂ ਵੀ ਕੁਝ ਹੁੰਦਾ। ਕੀ ਇੱਕ ਤੋਂ ਪਹਿਲਾਂ ਕੁਝ ਹੁੰਦਾ? ਉਸਨੇ ਕਿਹਾ ਜੀ ਇੱਕ ਤੋਂ ਪਹਿਲਾਂ ਕੁਝ ਵੀ ਨਹੀਂ ਹੁੰਦਾ ਹੈ। ਇੱਕ ਤੋਂ ਪਹਿਲਾਂ ਜ਼ੀਰੋ ਹੁੰਦੀ ਹੈ ਤੇ ਜ਼ੀਰੋ ਕੁਝ ਵੀ ਨਹੀਂ ਹੈ। ਜ਼ੀਰੋ ਦੀ ਕੀ ਵੈਲਿਊ ਹੈ? ਕੁਝ ਵੀ ਨਹੀਂ। ਜ਼ੀਰੋ ਦੇ ਅੱਗੇ ਜਾਂ ਜ਼ੀਰੋ ਦੇ ਪਿੱਛੇ ਇੱਕ ਲੱਗੇਗਾ ਤਾਂ ਜ਼ੀਰੋ ਦੀ ਵੈਲਿਊ ਹੋਵੇਗੀ। ਉਹਦੀ ਕੋਈ ਸ਼ੂਨਯ ਦੀ ਕੀ ਵੈਲਿਊ ਹੈ? ਕੁਝ ਵੀ ਨਹੀਂ। ਸਿਫਰ ਕੀ ਹੈ? ਕੁਝ ਵੀ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਬਸ ਇਹੀ ਜਾਣ ਲੈ ਕਿ ਪ੍ਰਮਾਤਮਾ ਤੋਂ ਪਹਿਲਾਂ ਕੁਝ ਵੀ ਨਹੀਂ ਹੈ, ਵਾਹਿਗੁਰੂ ਤੋਂ ਪਹਿਲਾਂ ਕੁਝ ਵੀ ਨਹੀਂ। ਜਿਵੇਂ ਜ਼ੀਰੋ ਇੱਕ ਦੇ ਨਾਲ ਹੀ ਉਹ 10 ਵਿੱਚ ਬਦਲ ਜਾਂਦੀ ਹੈ, ਉਹਦੇ ਨਾਲ ਇੱਕ ਲੱਗ ਗਿਆ ਅੱਗੇ ਤਾਂ ਉਹ 10 ਹੋ ਗਈ। ਇੱਕ ਹਟਾ ਦਿਓ ਤਾਂ ਜ਼ੀਰੋ ਕੀ ਹੈ? ਕੁਝ ਵੀ ਨਹੀਂ। ਜਿੰਨੀਆਂ ਮਰਜ਼ੀ ਜ਼ੀਰੋ ਹੋਣ, 1 ਕਰੋੜ ਵਿੱਚ ਕਿੰਨੀਆਂ ਜ਼ੀਰੋ ਨੇ? ਉਹਨਾਂ ਦੀ ਵੈਲਿਊ ਸਿਰਫ ਇੱਕ ਕਰਕੇ ਹੈ, ਸਿਰਫ ਇੱਕ ਕਰਕੇ। ਸਤਿਗੁਰੂ ਕਹਿੰਦੇ ਪ੍ਰਮਾਤਮਾ ਦੇ ਕਰਕੇ ਹੀ ਸਭ ਕਾਸੇ ਦੀ ਵੈਲਿਊ ਹੈ। ਉਹਨੂੰ ਵਿੱਚੋਂ ਕੱਢ ਦਿਓ ਤੇ ਪਿੱਛੇ ਕੁਝ ਵੀ ਨਹੀਂ ਬਚਦਾ ਹੈ। ਵਾਹਿਗੁਰੂ ਨੂੰ ਵਿੱਚੋਂ ਕੱਢ ਦੇਵੋ ਤਾਂ ਕੁਝ ਵੀ ਨਹੀਂ। ਜਿਵੇਂ ਬੰਦੇ ਦੇ ਸਰੀਰ ਵਿੱਚੋਂ ਜਾਨ ਕੱਢ ਦਿਓ ਤੇ ਪਿੱਛੇ ਕੀ ਬਚਿਆ? ਕੁਝ ਵੀ ਨਹੀਂ, ਮੁਰਦਾ, ਲਾਸ਼। ਤੇ ਲਾਸ਼ ਨੂੰ ਕੀ ਕਰਾਂਗੇ? ਲਾਸ਼ ਨੂੰ ਕੋਈ ਸੰਭਾਲ ਕੇ ਰੱਖਦਾ ਕਿ ਮੇਰਾ ਬਹੁਤ ਪਿਆਰਾ ਸੀ, ਮੇਰੀ ਮਾਂ ਸੀ ਜਾਂ ਮੇਰਾ ਪਿਓ ਸੀ ਜਾਂ ਪਤਨੀ ਸੀ ਜਾਂ ਪਤੀ ਸੀ, ਮੇਰੀ ਧੀ ਸੀ ਜਾਂ ਮੇਰਾ ਪੁੱਤ ਸੀ, ਮੇਰਾ ਬਹੁਤ ਜਿਗਰੀ ਯਾਰ ਸੀ। ਕੀ ਲਾਸ਼ ਨੂੰ ਕੋਈ ਸੰਭਾਲ ਕੇ ਰੱਖਦਾ? ਕੋਈ ਨਹੀਂ ਰੱਖਦਾ, ਕਿਉਂਕਿ ਲਾਸ਼ ਦੇ ਅੰਦਰ ਜੋ ਸੀ ਉਹ ਨਹੀਂ ਰਿਹਾ। ਜਦ ਉਹੀ ਨਹੀਂ ਬਚਿਆ ਤਾਂ ਇਸ ਸਰੀਰ ਨੂੰ ਕੀ ਕਰਨਾ ਹੈ? ਇਸ ਲਈ ਇਸ ਸਰੀਰ ਨੂੰ ਜਲਦੀ ਤੋਂ ਜਲਦੀ ਖਤਮ ਕਰ ਦਿੱਤਾ ਜਾਂਦਾ ਹੈ। ਇਸ ਤੋਂ ਪਹਿਲਾਂ ਕਿ ਇਹਦੇ ਵਿੱਚੋਂ ਬਦਬੂ ਆਉਣ ਲੱਗ ਜਾਵੇ, ਇਸ ਨੂੰ ਸਾੜ ਦਿਓ, ਇਹਨੂੰ ਦਫਨਾ ਦਿਓ। ਸਤਿਗੁਰੂ ਕਹਿੰਦੇ ਪ੍ਰਮਾਤਮਾ ਤੋਂ ਬਿਨਾਂ ਆ ਸੰਸਾਰ ਕੁਝ ਵੀ ਨਹੀਂ ਹੈ, ਮੁਰਦਾ ਹੈ ਬਸ। ਵਾਹਿਗੁਰੂ ਨਿਕਲ ਜਾਵੇ ਵਿੱਚੋਂ ਤੇ ਇਹ ਮੁਰਦਾ ਹੋ ਜਾਏਗਾ। ਉਸ ਪਰਮੇਸ਼ਰ ਕਰਕੇ ਇਸ ਸੰਸਾਰ ਦੀ ਮਹੱਤਤਾ ਹੈ। ਨਿਰੰਕਾਰ ਹੈ ਤਾਂ ਸੰਸਾਰ ਹੈ। ਸੰਸਾਰ ਦੀ ਕੋਈ ਕਲਪਨਾ ਨਹੀਂ ਕੀਤੀ ਜਾ ਸਕਦੀ ਨਿਰੰਕਾਰ ਤੋਂ ਬਿਨਾਂ, ਕੋਈ ਕਲਪਨਾ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਸਤਿਗੁਰੂ ਸਮਝਾਉਂਦੇ, ਸਤਿਗੁਰੂ ਸੋਝੀ ਦਿੰਦੇ ਨੇ ਕਿ ਉਹ ਵਾਹਿਗੁਰੂ ਜਿਹੜਾ ਹੈ ਉਹੀ ਸਭ ਕੁਝ ਹੈ, ਉਹੀ ਸਭ ਕੁਝ। ਉਹ ਸਮੇਂ ਦੇ ਗੇੜ ਵਿੱਚ ਨਹੀਂ ਆਉਂਦਾ ਹੈ, ਨਾ ਉਹ ਜਨਮਦਾ ਹੈ ਨਾ ਉਹ ਮਰਦਾ ਹੈ, ਉਹ ਇਸ ਵਿੱਚ ਪੈਂਦਾ ਹੀ ਨਹੀਂ। ਉਹ ਸਮੇਂ ਤੋਂ ਰਹਿਤ ਹੈ। ਇਸ ਲਈ ਜਿਹੜਾ ਸਮੇਂ ਤੋਂ ਰਹਿਤ ਹੈ, ਨਾ ਉਹ ਬੱਚਾ, ਨਾ ਉਹ ਜਵਾਨ ਤੇ ਨਾ ਉਹ ਬੁੱਢਾ। ਉਹ ਰਹਿਤ, ਉਹ ਦੋਨਾਂ ਤੋਂ, ਤਿੰਨਾਂ ਤੋਂ ਹੀ ਰਹਿਤ। ਇਸ ਲਈ ਜਿਹੜਾ ਬਚਪਨ, ਜਵਾਨੀ ਤੇ ਬੁਢਾਪੇ ਤੋਂ ਰਹਿਤ ਹੈ ਤਾਂ ਫਿਰ ਉਹ ਜਨਮ ਤੇ ਮਰਨ ਤੋਂ ਵੀ ਰਹਿਤ ਹੋਇਆ। ਜਿਹੜਾ ਜਨਮ ਵਿੱਚ ਆਇਆ ਉਹ ਜਵਾਨ ਹੋਵੇਗਾ, ਬੁੱਢਾ ਵੀ ਹੋਵੇਗਾ, ਉਹ ਮਰੇਗਾ ਵੀ। ਇਸ ਲਈ ਜਵਾਨ ਜਾਂ ਬੁੱਢੇ ਹੋਣ ਦੀ ਗਰੰਟੀ ਨਹੀਂ ਬੰਦੇ ਦੀ ਦਿੱਤੀ ਜਾ ਸਕਦੀ, ਪਰ ਮੌਤ ਦੀ ਗਰੰਟੀ ਦਿੱਤੀ ਜਾ ਸਕਦੀ ਹੈ ਕਿ ਹਾਂ ਮਰਨਾ ਤੇ ਹੈ ਹੀ ਹੈ। ਕਿ ਬਚਪਨ ਵਿੱਚ ਹੀ ਚੜ੍ਹਾਈ ਕਰਦਾ, ਜਵਾਨੀ ਵਿੱਚ ਚੜ੍ਹਾਈ ਕਰਦਾ ਜਾਂ ਬੁਢਾਪੇ ਵਿੱਚ ਕਰੇ, ਕਿਹਾ ਨਹੀਂ ਜਾ ਸਕਦਾ। ਕਿ ਜਵਾਨੀ ਆਵੇਗੀ ਜਾਂ ਨਹੀਂ ਆਵੇਗੀ ਇਹਦਾ ਕੋਈ ਦਾਅਵਾ ਥੋੜੀ। ਬੁਢਾਪਾ ਦੇਖਣਾ ਹੀ ਹੈ ਇਸ ਗੱਲ ਦਾ ਕੋਈ ਦਾਅਵਾ ਥੋੜੀ। ਪਰ ਇਹ ਕਿਹਾ ਜਾ ਸਕਦਾ, ਪੱਕੀ ਗੱਲ ਹੈ ਕਿ ਮਰਨਾ ਤੇ ਹੈ ਹੀ। ਕਦੋਂ ਮਰਨਾ ਇਹ ਨਹੀਂ ਕਿਹਾ ਜਾ ਸਕਦਾ। ਇਸ ਕਰਕੇ ਸਤਿਗੁਰੂ ਸਮਝਾਉਂਦੇ, ਸਤਿਗੁਰੂ ਕਹਿੰਦੇ ਵਾਹਿਗੁਰੂ ਕਾਲ ਤੋਂ ਵੀ ਰਹਿਤ, ਮੌਤ ਤੋਂ ਵੀ ਰਹਿਤ ਹੈ ਤੇ ਸਮੇਂ ਤੋਂ ਵੀ ਰਹਿਤ ਹੈ। ਉਹ ਦੋਨਾਂ ਤੋਂ ਰਹਿਤ ਹੈ, ਮੌਤ ਤੇ ਸਮੇਂ ਤੋਂ ਰਹਿਤ ਹੈ। ਉਹ ਇਹਨਾਂ ਵਿੱਚ ਪੈਂਦਾ ਹੀ ਨਹੀਂ, ਉਲਝਦਾ ਹੀ ਨਹੀਂ। ਇਸ ਕਰਕੇ ਸਤਿਗੁਰੂ ਨੇ ਕਿਹਾ ਅਜੂਨੀ, ਜੂਨਾਂ ਵਿੱਚ ਨਹੀਂ ਆਉਂਦਾ। ਉਹ ਕਿਸੇ ਜੂਨ ਰਾਹੀਂ ਉਹਦਾ ਜਨਮ ਹੀ ਨਹੀਂ ਹੁੰਦਾ ਹੈ, ਯੌਨ ਰਾਹੀਂ ਪੈਦਾ ਹੀ ਨਹੀਂ ਹੁੰਦਾ। ਉਹ
ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਇੱਕ ਬਚਨ ਆਸਾ ਕੀ ਵਾਰ ਵਿੱਚ ਪੜ੍ਹਿਆ। ਜਦੋਂ ਗੁਰੂ ਨਾਨਕ ਸਾਹਿਬ ਨੇ ਇਸਤਰੀ ਦੀ ਗੱਲ ਕੀਤੀ ਕਿ ਇਸਤਰੀ ਨੂੰ ਲੋਕ ਭੰਡਦੇ ਨੇ, ਤੇ ਉਹ ਇਸਤਰੀ ਜਿਹਦੇ ਰਾਹੀਂ ਸਭ ਕੁਝ ਹੁੰਦਾ ਹੈ, ਜਿਹਨੇ ਰਾਜਿਆਂ ਮਹਾਰਾਜਿਆਂ ਨੂੰ ਜਨਮ ਦਿੱਤਾ, ਉਹ ਇਸਤਰੀ, ਉਹਦੀ ਮੌਤ ਹੁੰਦੀ ਹੈ ਤਾਂ ਫਿਰ ਬੰਦਾ ਬੰਦੋਬਸਤ ਕਰਦਾ ਹੈ ਕਿ ਕਿਸੇ ਹੋਰ ਇਸਤਰੀ ਨਾਲ ਵਿਆਹ ਕਰਾ ਲਵੇ। ਸਤਿਗੁਰੂ ਕਹਿੰਦੇ ਉਸ ਨੂੰ ਨਿੰਦਦਾ। ਤੇ ਇਸ ਸ਼ਬਦ ਦੇ ਅਖੀਰ ਵਿੱਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਕਿ ਇਸਤਰੀ ਤੋਂ ਬਾਹਰ ਜੇ ਕੋਈ ਹੈ ਤਾਂ ਉਹ ਪ੍ਰਮਾਤਮਾ, ਬਾਕੀ ਸਭ ਕੁਝ ਇਸਤਰੀ ਦੇ ਅਧੀਨ ਹੈ। ਨਾਨਕ ਭੰਡੈ ਬਾਹਰਾ ਇੱਕੋ ਸੱਚਾ ਸੋਏ, ਕਿ ਸਭ ਕੁਝ ਇਸਤਰੀ ਤੋਂ ਜਨਮਿਆ। ਇਸਤਰੀ ਤੋਂ ਔਰਤ ਨੇ ਸਭ ਨੂੰ ਜਨਮ ਦਿੱਤਾ। ਵੱਡੇ ਵੱਡੇ ਮਹਾਪੁਰਸ਼ ਮਹਾਰਿਸ਼ੀ ਜਿਹੜੇ ਔਰਤ ਦੀ ਨਿੰਦਾ ਵੀ ਕਰਦੇ ਰਹੇ, ਉਹਨਾਂ ਨੂੰ ਵੀ ਔਰਤ ਨੇ ਜਨਮਿਆ ਸੀ। ਜਿਨ੍ਹਾਂ ਨੇ ਤੁਲਸੀਦਾਸ ਵਰਗੇ ਔਰਤ ਨੂੰ ਫਟਕਾਰਦੇ ਰਹੇ, ਉਹਨਾਂ ਨੇ ਨੂੰ ਵੀ ਔਰਤ ਨੇ ਹੀ ਜਨਮਿਆ। ਪਰ ਸਤਿਗੁਰੂ ਕਹਿੰਦੇ ਜੇ ਔਰਤ ਰਾਹੀਂ ਕੋਈ ਪੈਦਾ ਨਹੀਂ ਹੋਇਆ ਤਾਂ ਉਹ ਸਿਰਫ ਪਰਮੇਸ਼ਰ। ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਏ, ਸਿਰਫ ਉਹ ਸੱਚਾ ਪਰਮਾਤਮਾ, ਉਹ ਕਿਸੇ ਇਸਤਰੀ ਦੇ ਗਰਭ ਰਾਹੀਂ ਨਹੀਂ ਜਨਮਿਆ, ਉਹ ਇਸ ਗਰਭ ਰਾਹੀਂ ਨਹੀਂ ਪੈਦਾ ਹੋਇਆ। ਇਸ ਕਰਕੇ ਉਸ ਨੂੰ ਅਜੂਨੀ ਕਿਹਾ। ਤੇ ਆਪਣੇ ਆਪ ਰਾਹੀਂ ਉਹ ਸਵੈ ਪ੍ਰਕਾਸ਼ ਤੋਂ ਪੈਦਾ ਹੋਇਆ। ਸਹਿਭੰਗ, ਸਤਿਗੁਰੂ ਕਹਿੰਦੇ ਉਹ ਸਹਿਭੰਗ, ਆਪਣੇ ਆਪ ਤੋਂ ਜੋ ਉਪਜਿਆ, ਕਿਸੇ ਰਾਹੀਂ ਨਹੀਂ ਜੋ ਪੈਦਾ ਹੋਇਆ, ਉਹ ਵਾਹਿਗੁਰੂ। ਇਸ ਲਈ ਸਤਿਗੁਰੂ ਸੋਝੀ ਦਿੰਦੇ ਨੇ। ਕਬੀਰ ਸਾਹਿਬ ਦਾ ਇਹ ਸ਼ਬਦ, ਕਬੀਰ ਸਾਹਿਬ ਜਿਸ ਜਗ੍ਹਾ ਰਹਿੰਦੇ ਨੇ ਉਹ ਬਾਹਮਣ ਦਾ ਗੜ੍ਹ ਹੈ, ਬਨਾਰਸ ਕਾਂਚੀ। ਤੇ ਬਨਾਰਸ ਦੇ ਵਿੱਚ ਹਿੰਦੂ ਦੇਵੀ ਦੇਵਤਿਆਂ ਦੀ ਹੀ ਪੂਜਾ ਹੈ। ਉੱਥੇ ਸ਼੍ਰੀ ਕ੍ਰਿਸ਼ਨ ਜਾਂ ਜੋ ਵੀ ਹਿੰਦੂ ਦੇਵਤੇ ਨੇ, ਭਗਵਾਨ ਨੇ, ਉਹਨਾਂ ਨੂੰ ਹੀ ਆਰਾਧਿਆ ਜਾਂਦਾ ਹੈ। ਕਬੀਰ ਸਾਹਿਬ ਨੇ ਇੱਥੇ ਇੱਕ ਕਟਾਕਸ਼ ਕੀਤੀ ਹੈ। ਕਬੀਰ ਸਾਹਿਬ ਕਹਿੰਦੇ ਕਿ ਤੁਸੀਂ ਕਹਿੰਦੇ ਹੋ ਕਿ ਸ਼੍ਰੀ ਕ੍ਰਿਸ਼ਨ ਭਗਵਾਨ ਹੈ, ਪਰਮਾਤਮਾ ਹੈ। ਉਹ ਕਹਿੰਦੇ ਠੀਕ ਹੈ ਕਿ ਭਗਵਾਨ ਨੇ, ਤੇ ਹੁਣ ਭਗਵਾਨ ਦਾ, ਪਰਮਾਤਮਾ ਦਾ ਤਾਂ ਕੋਈ ਨਾ ਮਾਂ ਹੈ ਨਾ ਬਾਪ ਹੈ। ਪਰਮੇਸ਼ਰ ਨੂੰ ਨਾ ਕਿਸੇ ਨੇ ਜਾਣਿਆ ਹੈ, ਨਾ ਉਸ ਨੂੰ ਕੋਈ ਜਾਣ ਸਕਦਾ ਹੈ। ਤਾਂ ਫਿਰ ਮੈਨੂੰ ਇਹ ਦੱਸੋ, ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਨੰਦ ਸੋ ਨੰਦਨ ਕਾ ਕੋਰੇ। ਤੁਸੀਂ ਕਹਿੰਦੇ ਹੋ ਕਿ ਭਗਵਾਨ ਦਾ ਪਿਤਾ ਹੈ ਨੰਦ। ਨੰਦ, ਨੰਦ ਉਹ ਸ਼ਖਸ ਸੀ ਜਿਸ ਨੇ ਸ਼੍ਰੀ ਕ੍ਰਿਸ਼ਨ ਨੂੰ ਪਾਲਿਆ, ਉਹਨਾਂ ਨੂੰ ਜਨਮ ਦਿੱਤਾ। ਉਹ ਨੰਦ, ਕਿ ਕ੍ਰਿਸ਼ਨ ਦਾ ਪਿਤਾ, ਭਗਵਾਨ ਦਾ ਪਿਤਾ ਨੰਦ ਹੈ। ਕਬੀਰ ਸਾਹਿਬ ਕਹਿੰਦੇ ਜੇ ਨੰਦ ਭਗਵਾਨ ਦਾ ਪਿਤਾ ਹੈ ਤਾਂ ਫਿਰ ਨੰਦ ਕੋ ਨੰਦਨ ਕਾ ਕੋਰੇ, ਤਾਂ ਫਿਰ ਨੰਦ ਦਾ ਵੀ ਕੋਈ ਪਿਤਾ ਹੋਣਾ। ਇਸ ਤਰ੍ਹਾਂ ਤਾਂ ਫਿਰ ਇਹ ਸਿਲਸਿਲਾ ਬੜਾ ਦੂਰ ਤੱਕ ਜਾਏਗਾ। ਨੰਦ ਦਾ ਪਿਤਾ, ਫਿਰ ਉਹਦੇ ਪਿਤਾ ਦਾ ਪਿਤਾ, ਫਿਰ ਅਗਾਂਹ ਸਿਲਸਿਲਾ ਚੱਲਦਾ ਹੀ ਰਹੇਗਾ। ਨਾ ਭਗਵਾਨ ਦਾ ਪਿਤਾ ਕੋਈ ਨਹੀਂ ਹੋ ਸਕਦਾ ਹੈ, ਪਰਮੇਸ਼ਰ ਦਾ ਕੋਈ ਪਿਤਾ ਨਹੀਂ ਹੈ, ਉਹਦੀ ਕੋਈ ਮਾਂ ਨਹੀਂ ਹੈ। ਕਬੀਰ ਸਾਹਿਬ ਨੇ ਜਦੋਂ ਇਹ ਗੱਲ ਕਹੀ ਹੋਵੇਗੀ ਤਾਂ ਲੋਕ ਇਸ ਗੱਲ ਤੋਂ ਬਹੁਤ ਪਰੇਸ਼ਾਨ ਹੋਏ ਹੋਣਗੇ, ਲੋਕ ਇਸ ਗੱਲ ਤੋਂ ਬਹੁਤ ਦੁਖੀ ਹੋਏ ਹੋਣਗੇ, ਕਿਉਂਕਿ ਇਸ ਗੱਲ ਨੂੰ ਸਮਝਣ ਦੇ ਲਈ ਬੜੀ ਵਿਸ਼ਾਲ ਬੁੱਧੀ ਚਾਹੀਦੀ ਹੈ, ਬੜੀ ਵਿਸ਼ਾਲ ਸਮਝ ਚਾਹੀਦੀ ਹੈ ਇਸ ਨੂੰ ਸਮਝਣ ਲਈ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਤੁਸੀਂ ਜੋ ਕਹਿੰਦੇ ਹੋ ਕਿ ਨੰਦ ਦਾ ਪੁੱਤਰ ਉਹ ਹੈ ਸ਼੍ਰੀ ਕ੍ਰਿਸ਼ਨ, ਤੇ ਫਿਰ ਨੰਦ ਸੋ ਨੰਦਨ ਕਾ ਕੋਰੇ, ਫਿਰ ਨੰਦ
ਉਹਦਾ ਪੁੱਤਰ ਕਿਵੇਂ ਹੋ ਸਕਦਾ ਹੈ ਤੇ ਕ੍ਰਿਸ਼ਨ ਉਹਦੇ ਪੁੱਤਰ ਕਿਵੇਂ ਹੋ ਸਕਦੇ ਨੇ, ਉਹ ਉਹਨਾਂ ਦਾ ਪਿਤਾ ਕਿਵੇਂ ਹੋ ਸਕਦਾ ਹੈ? ਕਿਉਂਕਿ ਪ੍ਰਮਾਤਮਾ ਦਾ ਤੇ ਨਾ ਕੋਈ ਪਿਤਾ ਹੈ, ਨਾ ਉਹਦਾ ਕੋਈ ਪੁੱਤਰ ਹੈ, ਉਹਦਾ ਤੇ ਨਾ ਕੋਈ ਮਾਂ ਹੈ, ਨਾ ਕੋਈ ਬਾਪ ਹੈ, ਉਹਦਾ ਤੇ ਕੋਈ ਵੀ ਨਹੀਂ। ਧਰਨ ਆਕਾਸ਼ ਦਸੋ ਦਿਸ ਨਾਹੀ। ਕਬੀਰ ਸਾਹਿਬ ਕਹਿੰਦੇ ਮੈਨੂੰ ਦੱਸੋ, ਜਦੋਂ ਧਰਤੀ ਨਹੀਂ ਸੀ, ਜਦੋਂ ਆਕਾਸ਼ ਨਹੀਂ ਸੀ, ਜਦੋਂ ਆ ਦਸੇ ਦਿਸ਼ਾਵਾਂ ਨਹੀਂ ਸਨ, ਤਬ ਇਹ ਨੰਦ ਕਹਾਂ ਥੋਰੇ, ਤਦੋਂ ਇਹ ਨੰਦ ਕਿੱਥੇ ਸੀ? ਜੇ ਤੁਸੀਂ ਕਹੋ ਕਿ ਭਗਵਾਨ ਨੂੰ ਨੰਦ ਨੇ ਪੈਦਾ ਕੀਤਾ, ਤਾਂ ਫਿਰ ਤਦੋਂ ਇਹ ਨੰਦ ਕਿੱਥੇ ਸੀ? ਤਬ ਇਹ ਨੰਦ ਕਹਾਂ ਥੋਰੇ, ਤਦੋਂ ਇਹ ਨੰਦ ਕਿੱਥੇ ਸੀ, ਉਦੋਂ ਇਹ ਕਿੱਥੇ ਸੀਗਾ? ਕਬੀਰ ਸਾਹਿਬ ਦੇ ਇਸ ਸਵਾਲ ਦਾ ਜਵਾਬ ਕਿਸੇ ਕੋਲ ਨਹੀਂ ਹੈ। ਕਬੀਰ ਸਾਹਿਬ ਸਮਝਾਉਂਦੇ ਨੇ, ਲੱਖ 84 ਜੀ ਜੋਨ ਮੈਂ ਭ੍ਰਮਤ ਨੰਦ ਬਹੁ ਥਾਕੋਰੇ। ਕਬੀਰ ਸਾਹਿਬ ਕਹਿੰਦੇ ਤੁਸੀਂ ਕਹਿੰਦੇ ਹੋ ਕਿ 84 ਲੱਖ ਜੂਨਾਂ ਭੋਗਣ ਤੋਂ ਬਾਅਦ ਨੰਦ ਜਿਹੜਾ ਹੈ, ਜਿਹਨੂੰ ਕ੍ਰਿਸ਼ਨ ਦਾ ਪਿਤਾ ਕਿਹਾ ਜਾਂਦਾ ਹੈ, ਨੰਦ ਥੱਕ ਗਿਆ ਤੇ ਉਹਨੂੰ ਆ ਮਨੁੱਖਾ ਸਰੀਰ ਮਿਲਿਆ। 84 ਲੱਖ ਜੂਨਾਂ ਤੋਂ ਬਾਅਦ ਨੰਦ ਨੂੰ ਆ ਸਰੀਰ ਹਾਸਲ ਹੋਇਆ। ਲੱਖ 84 ਜੀ ਜੋਨ ਮੈਂ ਭ੍ਰਮਤ ਨੰਦ ਬਹੁ ਥਾਕੋਰੇ, ਭਗਤ ਹੇਤ ਅਵਤਾਰ ਲਿਓ ਹੈ। ਕਿ ਨੰਦ ਨੇ ਭਗਤੀ ਕੀਤੀ ਪ੍ਰਮਾਤਮਾ ਦੀ, ਨੰਦ ਨੇ ਪ੍ਰਮਾਤਮਾ ਦੀ ਬੰਦਗੀ ਕੀਤੀ, ਉਹਦਾ ਸਿਮਰਨ ਕੀਤਾ ਤੇ ਪ੍ਰਮਾਤਮਾ ਫਿਰ ਨੰਦ ਦੇ ਉੱਤੇ ਖੁਸ਼ ਹੋ ਗਿਆ, ਨੰਦ ਦੇ ਉੱਤੇ ਪ੍ਰਸੰਨ ਹੋਇਆ ਤੇ ਫਿਰ ਨੰਦ ਦੇ ਘਰ ਪ੍ਰਮਾਤਮਾ ਨੇ ਅਵਤਾਰ ਲੈ ਲਿਆ। ਨੰਦ ਭਗਤ ਹੇਤ ਅਵਤਾਰ ਲਿਓ ਹੈ, ਭਾਗ ਵੱਡੋ ਬਪੁਰਾ ਕੋਰੇ। ਕਬੀਰ ਸਾਹਿਬ ਕਹਿੰਦੇ ਉਹਦੇ ਵੱਡੇ ਭਾਗ, ਉਸ ਵਿਚਾਰੇ ਦੇ, ਉਸ ਬਪਰੇ ਦੇ ਵੱਡੇ ਭਾਗ ਕਿ ਉਹਦੇ ਘਰ ਰੱਬ ਨੇ ਜਨਮ ਲੈ ਲਿਆ, ਰੱਬ ਨੇ ਅਵਤਾਰ ਲੈ ਲਿਆ ਉਹਦੇ ਘਰ। ਬਸ ਇੰਨੀ ਕੁ ਗੱਲ ਹੈ। ਕਬੀਰ ਸਾਹਿਬ ਕਹਿੰਦੇ ਹੋਰ ਕੁਝ ਵੀ ਨਹੀਂ ਹੈ, ਸਿਰਫ ਇੰਨੀ ਕੁ ਕਹਾਣੀ ਹੈ। ਭਗਤ ਹੇਤ ਅਵਤਾਰ ਲਿਓ ਹੈ, ਭਗਤੀ ਤੋਂ ਪ੍ਰਭਾਵਿਤ ਹੋ ਕੇ, ਪ੍ਰਸੰਨ ਹੋ ਕੇ ਪ੍ਰਮਾਤਮਾ ਨੇ ਉਹਦੇ ਘਰ ਅਵਤਾਰ ਲੈ ਲਿਆ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ। ਫਿਰ ਮੈਨੂੰ ਦੱਸੋ, ਤੁਸੀਂ ਜੋ ਕਹਿੰਦੇ ਹੋ ਕਿ ਨੰਦ ਦਾ ਨੰਦਨ, ਨੰਦਨ ਦਾ ਮਤਲਬ ਹੁੰਦਾ ਪੁੱਤਰ। ਤੁਮ ਜੋ ਕਹਿਤ ਹੋ ਨੰਦ ਕੋ ਨੰਦਨ, ਤੁਸੀਂ ਜੋ ਕਹਿੰਦੇ ਹੋ ਕਿ ਨੰਦ ਦਾ ਨੰਦਨ ਹੈ ਭਗਵਾਨ, ਨੰਦ ਦਾ ਪੁੱਤਰ ਹੈ ਭਗਵਾਨ, ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਪ੍ਰਮਾਤਮਾ ਕਿਸੇ ਦਾ ਪੁੱਤਰ ਹੋਵੇ? ਉਹ ਕਿਸੇ ਦੇ ਘਰ ਜਨਮ ਕੇ ਉਹਦਾ ਪੁੱਤਰ ਕਿਵੇਂ ਹੋ ਗਿਆ? ਨੰਦ ਸੋ ਨੰਦਨ ਕਾ ਕੋਰੇ। ਇਸ ਲਈ ਕਿਵੇਂ ਹੋਇਆ? ਧਰਨ ਆਕਾਸ਼ ਦਸੋ ਦਿਸ ਨਾਹੀ, ਤਬ ਇਹ ਨੰਦ ਕਹਾਂ ਥੋਰੇ। ਜਦੋਂ ਇਹ ਧਰਤੀ, ਜਦੋਂ ਇਹ ਆਕਾਸ਼ ਕੁਛ ਵੀ ਨਹੀਂ ਸੀ, ਉਦੋਂ ਇਹ ਨੰਦ ਕਿੱਥੇ ਸੀ? ਉਦੋਂ ਕਿੱਥੇ ਸੀ? ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਆਪਾਂ ਬਚਨ ਪੜ੍ਹਦੇ ਨਾ, ਸਤਿਗੁਰੂ ਕਹਿੰਦੇ ਅਰਬਦ ਨਰਬਦ ਧੁੰਦੂ ਘਾਰਾ, ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ। ਕਿ ਜਦੋਂ ਕੁਛ ਵੀ ਨਹੀਂ ਸੀ, ਕਿ ਅਰਬਾਂ ਖਰਬਾਂ ਸਾਲ ਪਹਿਲਾਂ ਜਦੋਂ ਨਾ ਆ ਧਰਤੀ ਸੀ, ਨਾ ਆਕਾਸ਼ ਸੀ, ਨਾ ਤਾਰੇ ਸਨ, ਨਾ ਚੰਦਰਮਾ ਸੀ, ਨਾ ਸੂਰਜ ਸੀ, ਕੁਛ ਵੀ ਨਹੀਂ ਸੀ, ਜਦੋਂ ਨਾ ਦਿਨ ਨਾ ਰਾਤ, ਕੁਛ ਵੀ ਨਹੀਂ, ਬਸ ਸਿਰਫ ਤੇ ਸਿਰਫ ਇੱਕ ਧੁੰਦੂ ਘਾਰਾ, ਇੱਕ ਅਜੀਬ ਜਿਹੀ ਧੁੰਦ ਸੀ, ਹੋਰ ਕੁਛ ਵੀ ਨਹੀਂ ਸੀ ਇੱਥੇ। ਕੀ ਸੀ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਕੀ ਸੀ ਇੱਥੇ, ਕੁਛ ਵੀ ਨਹੀਂ ਸੀ। ਸਤਿਗੁਰੂ ਕਹਿੰਦੇ ਉਹ ਪ੍ਰਮਾਤਮਾ ਆਪਣੇ ਆਪ ਸੁੰਨ ਸਮਾਧ ਵਿੱਚ ਟਿਕਿਆ ਹੋਇਆ ਸੀ। ਇਸ ਲਈ ਜਦੋਂ ਕੁਛ ਵੀ ਨਹੀਂ ਸੀ, ਉਦੋਂ ਫਿਰ ਭਗਵਾਨ ਨੂੰ ਜਨਮ ਦੇਣ ਵਾਲਾ, ਉਦੋਂ ਉਹ ਕਿੱਥੇ ਸੀ? ਕਬੀਰ ਸਾਹਿਬ ਕਹਿੰਦੇ ਭਾਈ ਸੰਕਟ ਨਹੀਂ ਪਰੈ ਜੋਨ ਨਹੀਂ ਆਵੈ। ਪਰਮਾਤਮਾ ਸੰਕਟ ਵਿੱਚ ਨਹੀਂ ਪੈਂਦਾ ਕਦੇ, ਨਾ ਉਹ ਜੋਨੀਆਂ ਵਿੱਚ ਆਉਂਦਾ। ਨਾਮ ਨਿਰੰਜਨ ਜਾ ਕੋ ਰੇ। ਉਹ ਪਰਮਾਤਮਾ ਜਨਮ ਮਰਨ ਦੇ ਗੇੜ ਵਿੱਚ ਪੈਂਦਾ ਹੀ ਨਹੀਂ। ਸਤਿਗੁਰੂ ਕਹਿੰਦੇ ਜੋਨ ਨਹੀਂ ਆਵੇ, ਉਹ ਜੂਨੀ ਵਿੱਚ ਕਦੇ ਆਇਆ ਹੀ ਨਹੀਂ। ਗੁਰੂ ਅਰਜੁਨ ਦੇਵ ਮਹਾਰਾਜ ਦਾ ਬਚਨ ਹੈ, ਸਾਡੇ ਕੋਲ ਹਾਜ਼ਮਾ ਨਹੀਂ ਹੈ ਗੁਰੂ ਸਾਹਿਬ ਦੀਆਂ ਗੱਲਾਂ ਨੂੰ ਪਹੁੰਚਾਉਣ ਵਾਸਤੇ, ਸਾਡਾ ਇੰਨਾ ਤਕੜਾ ਮਿਹਦਾ ਨਹੀਂ ਹੈ। ਗੁਰੂ ਅਰਜੁਨ ਦੇਵ ਮਹਾਰਾਜ ਕੀ ਕਹਿੰਦੇ ਨੇ
सतगुरु कहते सगल थीत पास डार राखी, अष्टम थीत कृष्ण जन्मासी। कि सारियां तरीकां पासे करके रख दित्तियां, अष्टमी दी एक तरीक चुन लई कि इस दिन नूं कृष्ण जन्मिया सी। इसे शब्द विच गुरु साहब कहंदे ने कि सो मुख जलो जो कहे ठाकुर जोनी। वो मूँह सड़ जावे जिहड़ा मूँह ये कहंदा कि परमात्मा जूना विच आउंदा है। सतगुरु कहंदे परमात्मा कदे जूना विच आउंदा ही नहीं। अष्टमी दी दिन तरीक जिहड़ी बंदे नूं सब तो वधिया लगी कि आह तरीक सब तो वधिया है, ये दिन चंगा है, उस दिन नूं रख लिया कि ये दिन उन्हां दा है। बस उन्हां नूं जन्म तरीक मान लिया। अष्टम थीत कृष्ण जन्मासी कि अष्टमी नूं वो जन्मे सन, वो मान लिया। गुरु अर्जन देव महाराज दा वचन है। सतगुरु कहंदे वो मूँह सड़ जावे जिहड़ा ये कहंदा है कि परमात्मा जूना विच आउंदा है। परमात्मा जम्मण मरण विच नहीं पैंदा है। संकट नहीं परै जोन नहीं आवे, नाम निरंजन जा कोरे। जिस परमात्मा दा नाम निरंजन है, जो माया दी कालख तो रहता है, इसलिए कि कबीर साहब कहते कबीर को स्वामी ऐसो ठाकुर जाके माई ना बापो रे। कबीर दा मालक, कबीर दा स्वामी ऐसा है जिहदी ना मां है, जिहदा ना पिता है। जो मां बाप नाल जन्मदा ही नहीं, जो मां बाप तो रहता है, परमात्मा दी कोई मां, उहदा कोई पिता नहीं है। कबीर साहब कहते मेरा मालक वो है, मैं उसनूं अपना भगवान कहना वा। मैं उसनूं भगवान नहीं कहता जिसनूं तुसीं कहंदे हो। मैं उसनूं परमात्मा नहीं कहता, मैं परमात्मा उसनूं कहना वा जिहड़ा जन्म मरण तो रहता है, जिहड़ा जूना विच नहीं आउंदा, जिहड़ा अजूनी है, जिहड़ा अपने आप तो जन्मिया है, जिन्हें इस पूरी सृष्टि नूं सिरजिया, जिन्हें इस पूरे ब्रह्मांड नूं सिरजिया। कबीर साहब कहंदे मैं उसनूं भगवान कहना कि जिसने ब्रह्मा विष्णु महेश इन्हां नूं भी जिन्हें सिरजिया, मैं उसनूं कहना मैं भगवान, मैं उसनूं परमात्मा कहना। तुसीं इन्हां नूं परमात्मा कहंदे हो, मैं उहनूं परमात्मा कहना जो इन्हां तो भी उपर है। गुरु नानक साहब ने यही गल कही ना। सतगुरु कहंदे ओ देखै उन्हां नज़र ना आवे। ये तीनों उहनूं देखदे ने पर दिसदा नहीं किते, पर परमात्मा इन्हां नूं देखदा। एका माई जुगत व्याई तिन चेले प्रवाण, आ तिन चेले ब्रह्मा विष्णु महेश। एक संसारी, एक भंडारी, एक लाए दीवान। एक संसार नूं जन्मण वाला, एक भंडार देण वाला, बख्शण वाला, जीवन नूं संभालण वाला। एक लाए दीवान, दीवान लाउण वाला मतलब बंदे दे हिसाब किताब उहदा लेखा जोखा करन वाला शिव जी, मौत दा देवता, जिहड़ा परले लै आउंदा, तीजी अख खोलदा, सब कुछ बिनस जांदा। सतगुरु कहंदे ओ देखै, परमात्मा इन्हां नूं देखदा, उन्हां नज़र ना आवे, पर इन्हां नूं नज़र नहीं आउंदा। बहुता ये विडान, ये बड़ी हैरान करने वाली गल है, बड़ी हैरानीजनक। इस करके कबीर साहब कहते मेरा परमात्मा ये नहीं है, मेरा परमात्मा वो है जिहड़ा इन्हां नूं भी जन्म देने वाला, जिहड़ा सब कासे नूं सिरजण वाला। इसलिए मैं उसनूं अपना भगवान, उसनूं अपना मालिक कहना वा। कबीर को स्वामी ऐसो ठाकुर जाके माई ना बापो रे। जिहदा कोई मां बाप नहीं है, जिहड़ा सब कासे तो न्यारा है, जिहदा रूप नहीं कोई, जिहदा कोई रंग नहीं। आपां पढ़दे ना बचन, सतगुरु कहंदे रूप ना रेख ना रंग किश त्रै गुण ते प्रभ भिन्न। जिहड़ा सब कासे तो भिन्न है वो परमेश्वर। सतगुरु अहमद करे उस वाहिगुरू दे नाल साडी सांझ पवे जिहड़ा निरंकार है। निरंकार दा मतलब ही कि जिहदा कोई आकार नहीं है, जिहड़ा सब आकारां तो रहता है, वो वाहिगुरू। अज दा दिन साडे लई बड़ा खास है। खास इसलिए कि अज दे दिन खालसे दी मां माता सहब कौर दी दा जन्म होया।
ਮਾਤਾ ਸਾਹਿਬ ਕੌਰ ਇੱਕ ਐਸੀ ਰੱਬੀ ਰੂਹ, ਇੱਕ ਐਸੀ ਸ਼ਖਸੀਅਤ ਜਿਹਨੂੰ ਖਾਲਸੇ ਦੀ ਮਾਂ ਹੋਣ ਦਾ ਮਾਣ ਮਿਲਿਆ। ਸਿੱਖਾਂ ਦੀ ਮਾਂ, ਖਾਲਸੇ ਦੀ ਮਾਂ, ਐਸਾ ਰੁਤਬਾ, ਐਸਾ ਮਾਣ ਕਦੇ ਕਿਸੇ ਨੂੰ ਨਸੀਬ ਨਹੀਂ ਹੁੰਦਾ, ਕਦੇ ਕਿਸੇ ਨੂੰ ਨਸੀਬ ਨਹੀਂ ਹੁੰਦਾ। ਬੇਸ਼ੱਕ ਉਹਨਾਂ ਨੇ ਆਪਣੀ ਕੁੱਖ ਤੋਂ ਕਿਸੇ ਬੱਚੇ ਨੂੰ ਜਨਮ ਨਹੀਂ ਦਿੱਤਾ, ਪਰ ਉਹਨਾਂ ਨੂੰ ਖਾਲਸੇ ਦੀ ਮਾਂ ਹੋਣ ਦਾ ਮਾਣ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਬਖਸ਼ਿਆ। ਅੱਜ ਦੇ ਦਿਨ 1681 ਨੂੰ ਰੋਹਤਾਸ ਵਿੱਚ, ਜ਼ਿਲ੍ਹਾ ਜੇਹਲਮ, ਅੱਜ ਕੱਲ੍ਹ ਪਾਕਿਸਤਾਨ ਵਿੱਚ, ਜੇਹਲਮ ਦੇ ਰੋਹਤਾਸ ਵਿੱਚ ਅੱਜ ਦੇ ਦਿਨ 1681 ਨੂੰ ਮਾਤਾ ਸਾਹਿਬ ਕੌਰ ਜੀ ਦਾ ਜਨਮ ਹੋਇਆ। ਮਾਤਾ ਦਾ ਨਾਮ ਜਸ ਦੇਵੀ ਅਤੇ ਪਿਤਾ ਦਾ ਨਾਮ ਰਾਮੂ ਬੱਸੀ। ਗੁਰੂ ਸਾਹਿਬ ਜੀ ਦੇ ਹਜ਼ੂਰ ਇਹਨਾਂ ਨੇ ਆ ਕੇ ਬੇਨਤੀ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਹਜ਼ੂਰ ਕਿ ਸਾਡੇ ਘਰ ਔਲਾਦ ਹੋਵੇ, ਤੇ ਜੋ ਵੀ ਸਾਡੇ ਘਰ ਔਲਾਦ ਹੋਵੇਗੀ ਅਸੀਂ ਉਹਨੂੰ ਗੁਰੂ ਦੇ ਲਈ ਸਮਰਪਿਤ ਕਰਾਂਗੇ। ਤੇ ਪਹਿਲਾਂ ਧੀ ਜੰਮੀ, ਨਾਮ ਰੱਖਿਆ ਸਾਹਿਬ। ਸਾਹਿਬ ਕੌਰ ਬਾਅਦ ਵਿੱਚ ਹੋਇਆ, ਸਾਹਿਬ ਦੇਵਾ ਕਰਕੇ ਲੋਕ ਜਾਣਦੇ ਸਨ। ਤੇ ਫਿਰ ਉਹਨਾਂ ਤੋਂ ਬਾਅਦ ਇੱਕ ਪੁੱਤਰ ਪੈਦਾ ਹੋਇਆ ਜਿਹਦਾ ਨਾਮ ਰੱਖਿਆ ਸਾਹਿਬ, ਸਾਹਿਬ ਚੰਦ। ਉਹਨਾਂ ਨੇ ਅੰਮ੍ਰਿਤ ਛਕਿਆ ਤੇ ਬਾਅਦ ਵਿੱਚ ਸਾਹਿਬ ਸਿੰਘ ਬਣੇ। 16 ਸਾਲ ਦੀ ਉਮਰ ਹੋਈ ਤਾਂ ਵਿਆਹ ਦੀ ਗੱਲ ਤੁਰੀ, ਤਾਂ ਮਾਤਾ ਸਾਹਿਬ ਕੌਰ ਨੇ, ਉਹਨਾਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਹੀ ਆਪਣੇ ਸਿਰ ਦਾ ਸਾਈਂ ਜਾਣਿਆ ਕਿ ਉਹੀ ਮੇਰੇ ਸਭ ਕੁਛ ਨੇ। ਉਹਨਾਂ ਨੂੰ ਹੀ ਮੰਨ ਲਿਆ ਕਿ ਕਿਸੇ ਹੋਰ ਦੇ ਦਰ ਜਾਣਾ ਹੀ ਨਹੀਂ। ਇਸ ਲਈ ਫਿਰ ਪਰਿਵਾਰ ਨੇ ਗੁਰੂ ਸਾਹਿਬ ਤੱਕ ਪਹੁੰਚ ਕੀਤੀ, ਆਨੰਦਪੁਰ ਸਾਹਿਬ ਪਹੁੰਚੇ, ਮਾਤਾ ਜੀ ਨੂੰ ਆ ਕੇ ਮਿਲੇ, ਮਾਤਾ ਗੁਜਰ ਕੌਰ ਜੀ ਨੂੰ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨਾਲ ਗੱਲ ਹੋਈ ਤਾਂ ਉਹਨਾਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਕਿ ਨਹੀਂ ਭਾਈ, ਅਸੀਂ ਹੋਰ ਵਿਆਹ ਨਹੀਂ ਕਰਾਉਣਾ ਚਾਹੁੰਦੇ। ਪਰ ਪਰਿਵਾਰ ਨੇ ਕਿਹਾ ਕਿ ਇਹਨਾਂ ਨੇ ਤੁਹਾਨੂੰ ਹੀ ਆਪਣਾ ਸਭ ਕੁਝ ਜਾਣ ਲਿਆ, ਇਹ ਤੁਹਾਡੇ ਤੋਂ ਬਿਨਾਂ ਕਿਸੇ ਹੋਰ ਦੇ ਨਾਲ ਨਹੀਂ ਜਾਣਾ ਚਾਹੁੰਦੇ। ਤਾਂ ਗੁਰੂ ਸਾਹਿਬ ਨੇ ਕੁਛ ਦੇਰ ਸ਼ਾਂਤ ਰਹਿ ਕੇ ਫਿਰ ਉਹਨਾਂ ਨੇ ਜਵਾਬ ਦਿੱਤਾ ਕਿ ਜੇ ਇਹ ਸਾਰੀ ਜ਼ਿੰਦਗੀ ਮੇਰੇ ਨਾਲ ਬਿਨਾਂ ਕਿਸੇ ਸੰਬੰਧ ਤੋਂ ਰਹਿ ਸਕਦੇ ਨੇ ਤਾਂ ਫਿਰ ਮੈਨੂੰ ਮਨਜ਼ੂਰ ਹੈ। ਮਾਤਾ ਜੀ ਨੂੰ ਪੁੱਛਿਆ ਗਿਆ, ਮਾਤਾ ਸਾਹਿਬ ਕੌਰ ਜੀ ਨੂੰ, ਤਾਂ ਉਹਨਾਂ ਨੇ ਕਿਹਾ ਜੀ ਮੈਨੂੰ ਮਨਜ਼ੂਰ ਹੈ, ਮੈਨੂੰ ਤੁਹਾਡੇ ਨੇੜੇ ਰਹਿਣਾ ਹੀ ਕਾਫੀ ਹੈ, ਮੈਨੂੰ ਗੁਰੂ ਦੇ ਨੇੜੇ ਰਹਿਣਾ ਹੀ ਕਾਫੀ ਹੈ। ਬਸ ਤੁਸੀਂ ਹਮੇਸ਼ਾ ਮੇਰੀਆਂ ਅੱਖਾਂ ਦੇ ਸਾਹਮਣੇ ਰਹੋ, ਮੈਂ ਤੁਹਾਡੇ ਚਰਨਾਂ ਵਿੱਚ ਤੁਹਾਡੀ ਦਾਸੀ ਬਣ ਕੇ ਸਾਰੀ ਜ਼ਿੰਦਗੀ ਸੇਵਾ ਬਤੀਤ ਕਰ ਦੇਵਾਂਗੀ, ਮੈਨੂੰ ਹੋਰ ਕੋਈ ਚਾਹਤ ਨਹੀਂ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਜੇ ਤੁਹਾਨੂੰ ਇਸ ਤਰ੍ਹਾਂ ਮਨਜ਼ੂਰ ਹੈ ਤਾਂ ਫਿਰ ਤੁਹਾਡੇ ਨਾਲ ਆਨੰਦ ਕਾਰਜ ਕੀਤਾ ਜਾ ਸਕਦਾ ਹੈ। ਤਾਂ ਗੁਰੂ ਸਾਹਿਬ ਜੀ ਨੇ ਫਿਰ ਮਾਤਾ ਸਾਹਿਬ ਕੌਰ ਜੀ ਦੇ ਨਾਲ ਆਨੰਦ ਕਾਰਜ ਕੀਤਾ। ਗੁਰੂ ਸਾਹਿਬ ਜੀ ਦੇ ਇਸ ਵਿਆਹ ਨੂੰ, ਮਾਤਾ ਸਾਹਿਬ ਕੌਰ ਜੀ ਦੇ ਇਸ ਕਾਰਜ ਨੂੰ ਇਤਿਹਾਸ ਵਿੱਚ ਕੁਆਰਾ ਡੋਲਾ ਕਿਹਾ ਗਿਆ। ਕੁਆਰਾ ਡੋਲਾ ਕਿ ਸਾਰੀ ਜ਼ਿੰਦਗੀ ਉਹਨਾਂ ਦਾ ਕੋਈ ਕਿਸੇ ਤਰ੍ਹਾਂ ਦਾ ਫਿਜ਼ੀਕਲੀ ਕੋਈ ਸਰੀਰਕ ਸੰਬੰਧ ਨਹੀਂ ਸੀ। ਵਿਆਹ ਤੋਂ ਜਦੋਂ ਸਾਲ ਕੁ ਗੁਜ਼ਰਿਆ, ਇਹ 1699 ਦੀ ਵਿਸਾਖੀ ਤੋਂ ਪਹਿਲਾਂ ਦੀ ਗੱਲ ਹੈ ਕਿ ਉਹਨਾਂ ਦਾ ਵਿਆਹ ਵੀ ਕੋਈ 98 ਦੇ ਕਰੀਬ ਹੀ ਹੋਇਆ ਸੀ, ਕੋਈ 97 98 ਦੇ ਕਰੀਬ। ਤਾਂ ਗੁਰੂ ਸਾਹਿਬ ਨੂੰ ਮਾਤਾ ਸਾਹਿਬ ਕੌਰ ਜੀ ਨੇ ਇੱਕ ਬੇਨਤੀ ਕੀਤੀ ਕਿ ਜੇ ਤੁਸੀਂ ਮੈਨੂੰ ਕਿਰਪਾ ਕਰਕੇ ਇੱਕ ਬੱਚੇ ਦੀ ਦਾਤ ਬਖਸ਼ ਦਿਓ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਕਿ ਤੁਹਾਨੂੰ ਬੱਚਾ ਜ਼ਰੂਰ ਮਿਲੇਗਾ, ਪਰ ਉਹ ਬੱਚਾ ਮਿਲੇਗਾ ਜਿਹੜਾ ਅਜੈ ਤੇ ਅਮਰ, ਜਿਹੜਾ ਕਦੇ ਨਹੀਂ ਕਿਸੇ ਤੋਂ ਹਾਰੇਗਾ ਤੇ ਕਦੇ ਜਿਹੜਾ ਮਰੇਗਾ ਨਹੀਂ, ਐਸਾ ਬੱਚਾ। ਮਾਤਾ ਜੀ ਨੇ ਕਿਹਾ ਕਿ ਐਸਾ ਕਿਹੜਾ ਬੱਚਾ ਹੁੰਦਾ ਹੈ? ਤਾਂ ਗੁਰੂ ਸਾਹਿਬ ਨੇ ਕਿਹਾ ਕਿ ਐਸਾ ਬੱਚਾ ਹੈ, ਉਹਦਾ ਨਾਮ ਹੈ ਖਾਲਸਾ, ਉਹਦਾ ਨਾਮ ਖਾਲਸਾ ਹੈ। ਅਸੀਂ ਖਾਲਸਾ ਤੁਹਾਡੀ ਝੋਲੀ ਵਿੱਚ ਪਾਇਆ। 99 ਦੀ ਵਿਸਾਖੀ ਤੇ ਅੰਮ੍ਰਿਤ ਸੰਚਾਰ ਹੋਇਆ।
ਅੰਮ੍ਰਿਤ ਸੰਚਾਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸੇ ਨੂੰ ਹੁਕਮ ਕੀਤਾ ਕਿ ਖਾਲਸੇ ਦੀ ਮਾਤਾ ਸਾਹਿਬ ਕੌਰ ਹੈ, ਇਹਨਾਂ ਨੂੰ ਤੁਸੀਂ ਆਪਣੀ ਮਾਤਾ ਜਾਣਨਾ। ਤੇ ਮਾਤਾ ਸਾਹਿਬ ਕੌਰ ਨੇ ਸਾਰੀ ਜ਼ਿੰਦਗੀ ਖਾਲਸੇ ਨੂੰ ਆਪਣਾ ਪੁੱਤਰ ਸਮਝਿਆ, ਆਪਣੇ ਬੱਚੇ ਜਾਣਿਆ ਤੇ ਬੱਚੇ ਜਾਣ ਕੇ ਉਹਨਾਂ ਨੂੰ ਪਿਆਰ ਕਰਿਆ। ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੱਖਣ ਵਾਲੇ ਪਾਸੇ ਨੂੰ ਜਾਂਦੇ ਨੇ ਤਾਂ ਦਿੱਲੀ ਮਾਤਾਵਾਂ ਮਾਤਾ ਸਾਹਿਬ ਕੌਰ ਤੇ ਸੁੰਦਰ ਕੌਰ ਜੀ ਉੱਥੇ ਹੀ ਸਨ। ਤਾਂ ਗੁਰੂ ਸਾਹਿਬ ਨੂੰ ਉਹਨਾਂ ਨੇ ਬੇਨਤੀ ਕੀਤੀ ਕਿ ਸਾਨੂੰ ਵੀ ਦੱਖਣ ਵਾਲੇ ਪਾਸੇ ਨੰਦੇੜ ਵੱਲ ਨੂੰ ਤੁਸੀਂ ਜਾਣਾ, ਸਾਨੂੰ ਵੀ ਨਾਲ ਲੈ ਕੇ ਜਾਓ। ਤਾਂ ਗੁਰੂ ਸਾਹਿਬ ਨੇ ਮਾਤਾ ਸੁੰਦਰੀ ਜੀ ਨੂੰ ਆਖ ਦਿੱਤਾ ਕਿ ਨਹੀਂ, ਤੁਸੀਂ ਨਾਲ ਨਹੀਂ ਜਾਣਾ ਹੈ, ਤੁਸੀਂ ਇੱਥੇ ਰੁਕੋ। ਮਾਤਾ ਸਾਹਿਬ ਕੌਰ ਜੀ ਨੇ ਕਿਹਾ ਕਿ ਨਹੀਂ, ਮੈਂ ਤੁਹਾਡੇ ਬਿਨਾਂ ਨਹੀਂ ਰਹਿ ਸਕਦੀ, ਮੈਨੂੰ ਤੁਸੀਂ ਨਾਲ ਲੈ ਕੇ ਜਾਓ। ਤਾਂ ਗੁਰੂ ਸਾਹਿਬ ਮਾਤਾ ਸਾਹਿਬ ਕੌਰ ਜੀ ਨੂੰ ਆਪਣੇ ਨਾਲ ਲੈ ਗਏ। ਮਾਤਾ ਸਾਹਿਬ ਕੌਰ ਜੀ ਨੰਦੇੜ ਸਾਹਿਬ ਜਦੋਂ ਤੁਸੀਂ ਜਾਓਗੇ ਤਾਂ ਉੱਥੇ ਮਾਤਾ ਸਾਹਿਬ ਕੌਰ ਜੀ ਦਾ ਇੱਕ ਸਥਾਨ ਵੀ ਬਣਿਆ ਹੋਇਆ। ਕੁਝ ਸਮਾਂ ਮਾਤਾ ਸਾਹਿਬ ਕੌਰ ਜੀ ਉੱਥੇ ਰਹੇ ਤੇ ਬਾਅਦ ਵਿੱਚ ਗੁਰੂ ਸਾਹਿਬ ਨੇ ਹੁਕਮ ਕਰ ਦਿੱਤਾ ਕਿ ਤੁਸੀਂ ਹੁਣ ਦਿੱਲੀ ਚਲੇ ਜਾਵੋ। ਗੁਰੂ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਮਾਤਾ ਸਾਹਿਬ ਕੌਰ ਨੂੰ ਹੁਕਮ ਕੀਤਾ ਕਿ ਤੁਸੀਂ ਹੁਣ ਦਿੱਲੀ ਚਲੇ ਜਾਓ। ਤੇ ਉਹਨਾਂ ਨੇ ਕੁਝ ਆਪਣੀਆਂ ਯਾਦਾਂ, ਕੁਝ ਉਹਨਾਂ ਨੂੰ ਸ਼ਾਸਤਰ ਵੀ ਬਖਸ਼ੇ। ਮਾਤਾ ਸੁੰਦਰ ਕੌਰ ਜੀ ਨੂੰ ਵੀ ਉਹਨਾਂ ਨੇ ਕੁਝ ਸ਼ਸਤਰ ਦਿੱਤੇ ਸਨ। ਤੇ ਮਾਤਾ ਜੀ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਫਿਰ ਉਹ ਦਿੱਲੀ ਆ ਗਏ ਤੇ ਇੱਥੇ ਉਹਨਾਂ ਨੇ ਪੰਥ ਦੀ ਵਾਗਡੋਰ ਵੀ ਸੰਭਾਲੀ। 8 ਹੁਕਮਨਾਮੇ ਮਾਤਾ ਸੁੰਦਰ ਕੌਰ ਜੀ ਦੇ ਸਿੱਖਾਂ ਦੇ ਨਾਮ ਤੇ ਮਿਲਦੇ ਨੇ, ਵਾਹਿਗੁਰੂ ਮਾਤਾ ਸਾਹਿਬ ਕੌਰ ਜੀ ਦੇ 8 ਹੁਕਮਨਾਮੇ ਮਾਤਾ ਸਾਹਿਬ ਕੌਰ ਦੇ ਸਿੱਖਾਂ ਦੇ ਵੱਖ-ਵੱਖ ਸਿੱਖਾਂ ਦੇ ਨਾਮ ਨੇ, ਸੰਗਤ ਦੇ ਨਾਮ ਹੈ, ਜਿਨ੍ਹਾਂ ਵਿੱਚ ਉਹਨਾਂ ਦੀ ਸਿਆਣਪ, ਉਹਨਾਂ ਦੀ ਸੂਝ-ਬੂਝ ਦਾ ਪਤਾ ਲੱਗਦਾ ਕਿ ਉਹਨਾਂ ਨੇ ਕਿਵੇਂ ਸਿੱਖਾਂ ਦੀ ਵਾਗਡੋਰ ਸੰਭਾਲੀ। ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ ਜੀ, ਉਹਨਾਂ ਦੇ ਹੁਕਮਨਾਮਿਆਂ ਤੋਂ ਬਹੁਤ ਕੁਝ ਪਤਾ ਚੱਲਦਾ ਹੈ। ਖੈਰ, ਉਹਨਾਂ ਨੇ ਆਪਣੇ ਜੀਵਨ ਦੇ 66 ਸਾਲ ਇਸ ਧਰਤੀ ਦੇ ਉੱਤੇ ਬਤੀਤ ਕੀਤੇ ਅਤੇ ਦਿੱਲੀ ਦੇ ਵਿੱਚ ਹੀ 1747 ਨੂੰ ਉਹ ਜੋਤੀ ਜੋਤ ਸਮਾ ਗਏ ਤੇ ਗੁਰਦੁਆਰਾ ਬਾਲਾ ਸਾਹਿਬ ਦਿੱਲੀ ਦੇ ਵਿੱਚ ਉਸ ਜਗ੍ਹਾ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ। ਬਾਲਾ ਸਾਹਿਬ ਉੱਥੇ ਹੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਅੰਤਿਮ ਸੰਸਕਾਰ ਹੋਇਆ ਸੀ, ਉੱਥੇ ਹੀ ਮਾਤਾ ਸੁੰਦਰੀ ਜੀ ਦਾ, ਉੱਥੇ ਹੀ ਮਾਤਾ ਸਾਹਿਬ ਕੌਰ ਜੀ ਦਾ। ਇਹ ਉੱਥੇ ਇਹਨਾਂ ਸਥਾਨਾਂ ਤੇ ਹੀ ਤੇ ਇਸੇ ਜਗ੍ਹਾ ਗੁਰੂ ਬਾਬਾ ਗੁਰਦਿੱਤਾ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਉਹਨਾਂ ਦੇ ਪੋਤਰੇ ਸਨ, ਉਹਨਾਂ ਦਾ ਵੀ ਸੰਸਕਾਰ ਇਸੇ ਜਗ੍ਹਾ ਹੋਇਆ ਸੀ। ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨਾਲ ਉਹ ਦਿੱਲੀ ਗਏ ਸਨ ਤਾਂ ਉਹ ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਉਹ ਇੱਥੇ ਹੀ ਚੜ੍ਹਾਈ ਕਰ ਗਏ ਸਨ, ਇਸ ਲਈ ਉਹਨਾਂ ਦਾ ਸੰਸਕਾਰ ਵੀ ਇਸੇ ਜਗ੍ਹਾ ਕੀਤਾ ਗਿਆ ਸੀ। ਇਸ ਤਰ੍ਹਾਂ ਮਾਤਾ ਸਾਹਿਬ ਕੌਰ ਜੀ ਉਹ ਆਪਣੇ ਇਸ ਜੀਵਨ ਕਾਲ ਵਿੱਚ ਗੁਰੂ ਦੇ ਲੇਖੇ ਆਪਣਾ ਸਮੁੱਚਾ ਜੀਵਨ ਲਾਇਆ। ਉਹਨਾਂ ਨੇ ਗੁਰੂ ਸਾਹਿਬ ਜੀ ਦੇ ਲਈ ਉਹਨਾਂ ਨੇ ਸਮੁੱਚਾ ਜੀਵਨ ਉਹਨਾਂ ਦੇ ਪ੍ਰੇਮ ਵਿੱਚ ਉਹਨਾਂ ਨੇ ਬਤੀਤ ਕਰ ਦਿੱਤਾ ਤੇ ਫਿਰ ਉਹ ਗੁਰੂ ਕਰਦਿਆਂ ਹੀ ਗੁਰੂ ਦੇ ਚਰਨਾਂ ਵਿੱਚ ਹਮੇਸ਼ਾ ਲਈ ਲੀਨ ਹੋ ਗਏ। ਉਹਨਾਂ ਦੇ ਚਰਨਾਂ ਵਿੱਚ ਹਮੇਸ਼ਾ ਪ੍ਰਣਾਮ ਹੈ ਤੇ ਉਹਨਾਂ ਦੇ ਜਨਮ ਦਿਨ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਹੋਈਆਂ ਭੁੱਲਾਂ ਲਈ ਖਿਮਾ ਸਤਿਗੁਰੂ ਜੀ ਅਤੇ ਆਪ ਸਰਬੱਤ ਸੰਗਤ ਬਖਸ਼ਣਯੋਗ, ਭੁੱਲਾਂ ਨਾ ਚਤਾਰਦੇ ਹੋਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।